हाँ जी, गुड मॉर्निंग स्टूडेंट्स। अज आपां करन जा रहे हैं 9th चैप्टर तुहाडी सोशल साइंस बुक का, जिसका नाम है ह्यूमन रिसोर्सिस। स्टार्ट करन लगे हैं। सो लैट्स बिगिन। आर अर्थ हैज़ बीन ब्लैसड विद अ लार्ज वैरायटी ऑफ नैचुरल रिसोर्सिस लाइक लैंड, वाटर, सॉयल, फॉरेस्ट्स, एनिमल्स एंड मिनरल्स। अपनी अर्थ के उत्ते बहुत सारे नैचुरल रिसोर्सिस नाल अपनी अर्थ ब्लैसड है, जिमें कि लैंड हो गया, वाटर हो गया, ठीक है, सॉयल, फॉरेस्ट, एनिमल्स थे अलग अलग मिनरल्स। Human beings can discover, exploit, develop and convert these natural resources into useful articles. Human beings की कर सकते हैं, इन्हां रिसोर्सिस ਨੂੰ डिस्कवर कर सकते हैं, एक्सप्लॉयट कर सकते हैं, आप यूज़ करते हैं, ठीक। अच्छा, उस तो बाद आप डिवेलप भी कर सकते हैं। जे कोई रिसोर्स इदां दी फॉर्म दे विच है जिन्हों आप डायरैक्टली यूज़ नहीं कर सकते, उन्होंने डिवेलप करन तो बाद उहदे ते कोई काम करन तो बाद उन्होंने इदां दी फॉर्म दे विच कन्वर्ट कर सकते हैं जिन्हों आप डायरैक्टली अपने यूज़ दे विच लैके आ सकते हैं। Thus, human beings are the greatest resource on earth. They develop these resources as per their requirement. ਹਿਊਮਨ ਬੀਇੰਗਸ ਕੀ ਨੇ? ਸਭ ਤੋਂ ਵੱਡਾ ਰਿਸੋਰਸ ਨੇ ਆਪਣੀ ਅਰਥ ਦੇ ਉੱਤੇ। ਉਹ ਕੀ ਕਰ ਸਕਦੇ ਨੇ? ਇਹਨਾਂ ਰਿਸੋਰਸਿਸ ਨੂੰ ਆਪਣੀ ਜ਼ਰੂਰਤ ਦੇ ਮੁਤਾਬਿਕ ਡਿਵੈਲਪ ਕਰ ਸਕਦੇ ਨੇ, ਕਨਵਰਟ ਕਰ ਸਕਦੇ ਨੇ ਕਿਸੇ ਉਸ ਫਾਰਮ ਦੇ ਵਿੱਚ ਜਿਹਨੂੰ ਆਪਾਂ ਡਾਇਰੈਕਟਲੀ ਯੂਜ਼ ਕਰ ਸਕਦੇ ਹਾਂ। ਨੈਕਸਟ ਹੈਗਾ, in ancient times most of the work was done manually. Thus the total number of people living in a country determined the strength of that country. ਸੋ ਪੁਰਾਣੇ ਸਮਿਆਂ ਦੇ ਵਿੱਚ ਕੀ ਹੁੰਦਾ ਸੀਗਾ, ਬਹੁਤ ਸਾਰਾ ਕੰਮ ਹੱਥਾਂ ਨਾਲ ਕੀਤਾ ਜਾਂਦਾ ਸੀ, ਠੀਕ ਹੈ। ਮੈਨੂਅਲੀ ਮਤਲਬ ਇਨਸਾਨ ਕੰਮ ਕਰਦੇ ਸੀ, ਠੀਕ ਹੈ। ਅੱਜ ਤਾਂ ਮਸ਼ੀਨਾਂ ਨੇ ਸਮਾਂ ਮਤਲਬ ਜਗ੍ਹਾ ਲੈ ਲਈ ਉਹਨਾਂ ਦੀ। ਦਸ ਦਾ ਟੋਟਲ ਨੰਬਰ ਆਫ ਪੀਪਲ ਲਿਵਿੰਗ ਇਨ ਦਾ ਕੰਟਰੀ ਡਿਟਰਮਾਈਨ ਦਾ ਸਟਰੈਂਥ ਆਫ ਦੈਟ ਕੰਟਰੀ। ਸੋ ਹੁੰਦਾ ਕੀ ਸੀ, ਹੱਥੀਂ ਕੰਮ ਕਰਨ ਵਾਲੇ ਕੰਮ ਦੇ ਮੁਤਾਬਿਕ ਕਿਸੇ ਕੰਟਰੀ ਦੀ ਸਟਰੈਂਥ ਕਿਹੜੇ ਅਕੋਰਡਿੰਗ ਤੈਅ ਕੀਤੀ ਜਾਂਦੀ ਸੀ ਕਿ ਕੋਈ ਕੰਟਰੀ ਕਿੰਨੀ ਸਟਰੋਂਗ ਹੈ, ਜਿੰਨੀ ਜ਼ਿਆਦਾ ਉਸਦੀ ਪਾਪੂਲੇਸ਼ਨ ਹੋਊਗੀ, ਠੀਕ ਹੈ। ਨੈਕਸਟ ਹੈਗਾ, ਮੋਰ ਪੀਪਲ ਮੀਟ ਮੋਰ ਪ੍ਰੋਡਕਸ਼ਨ ਐਂਡ ਦਸ ਮੋਰ ਪ੍ਰੋਸਪੈਰਿਟੀ। ਹੁਣ ਦੇਖੋ ਬੱਚੇ, ਜਿੰਨੇ ਜ਼ਿਆਦਾ ਲੋਕ ਕੰਮ ਕਰਨਗੇ, ਠੀਕ ਹੈ, ਉਨੀ ਜ਼ਿਆਦਾ ਪ੍ਰੋਡਕਸ਼ਨ ਹੋਊਗੀ ਕੋਈ ਵੀ ਪ੍ਰੋਡਕਟ ਬਣਾਉਣ ਦੇ ਉੱਤੇ, ਕਿਉਂਕਿ ਹਰ ਇੱਕ ਕੰਮ ਹੱਥਾਂ ਨਾਲ ਕੀਤਾ ਜਾਂਦਾ, ਹਰ ਇੱਕ ਕੰਮ ਨੂੰ ਇੱਕ ਪਰਸਨ ਕਰ ਰਿਹਾ, ਠੀਕ ਹੈ। ਜਿੰਨੇ ਜ਼ਿਆਦਾ ਪਰਸਨ ਕੋਈ ਕੰਮ ਕਰਨਗੇ, ਉਨਾ ਜ਼ਿਆਦਾ ਪ੍ਰੋਡਕਸ਼ਨ ਉਸ ਕੰਮ ਦੇ ਵਿੱਚੋਂ ਹੋਊਗਾ ਅਤੇ ਉਨੀ ਜ਼ਿਆਦਾ ਖੁਸ਼ਹਾਲੀ ਯਾਨੀ ਕਿ ਪ੍ਰੋਸਪੈਰਿਟੀ ਉਸ ਕੰਟਰੀ ਦੇ ਵਿੱਚ ਹੋਊਗੀ, ਠੀਕ ਹੈ। ਨਾਓ ਡੇਜ਼ ਮੋਰ ਐਮਫਸਿਸ ਇਜ਼ ਲੇਡ ਔਨ ਹਿਊਮਨ ਸਕਿੱਲਸ ਰੈਦਰ ਦੈਨ ਔਨ ਦਾ ਨੰਬਰ ਆਫ ਪੀਪਲ। ਅੱਜ ਕੱਲ੍ਹ ਕੀ ਕੀਤਾ ਜਾਂਦਾ ਹੈ, ਬਹੁਤ ਸਾਰਾ ਮਤਲਬ ਜ਼ੋਰ ਕਹਿ ਸਕਦੇ ਹਾਂ ਆਪਾਂ ਕਿਹਦੇ 'ਤੇ ਦਿੱਤਾ ਜਾਂਦਾ ਹੈ, ਕਿਹਨੂੰ ਮਤਲਬ ਕਿ ਕਰੈਕਟਰਾਈਜ਼ ਕੀਤਾ ਜਾਂਦਾ ਹੈ, ਪਰਸਨ ਦੀ ਸਕਿੱਲ ਨੂੰ, ਨਾ ਕਿ ਲੋਕਾਂ ਦੀ ਗਿਣਤੀ ਨੂੰ। ਮਤਲਬ ਕਿ ਉੱਦਾਂ ਦੇ ਪਰਸਨ ਹਾਇਰ ਕੀਤੇ ਜਾਂਦੇ ਨੇ ਕਿਸੇ ਵੀ ਕੰਮ ਲਈ ਜਿਨ੍ਹਾਂ ਦੇ ਵਿੱਚ ਕੋਈ ਪ੍ਰੋਪਰ ਸਕਿੱਲ ਹੁੰਦੀ ਹੈ, ਜਿਨ੍ਹਾਂ ਨੂੰ ਕੋਈ ਪ੍ਰੋਪਰ ਕਲਾ ਹੁੰਦੀ ਹੈ ਕੋਈ ਕੰਮ ਕਰਨ ਦੀ, ਨਾ ਕਿ ਇਹ ਦੇਖਿਆ ਜਾਂਦਾ ਵੀ ਜਿੰਨੇ ਜ਼ਿਆਦਾ ਕੰਮ ਮਤਲਬ ਆਪਣੇ ਕੋਲ ਵਰਕਰ ਹੋਣਗੇ ਉਨਾ ਜ਼ਿਆਦਾ ਕੰਮ ਹੋਊਗਾ। ਨਹੀਂ, ਅੱਜ ਕੱਲ੍ਹ ਡਿਪੈਂਡ ਕਰਦਾ ਕਿ ਉਸ ਕਿਸਨੇ ਜਿੰਨੇ ਪਰਸਨ ਆਪਣਾ ਹਾਇਰ ਕੀਤੇ ਹੋਏ ਨੇ ਉਹਨਾਂ ਕੋਲ ਸਕਿੱਲਸ ਕਿੰਨੀਆਂ ਨੇ, ਕਿ ਕਿਹੜੀਆਂ ਕਿਹੜੀਆਂ ਸਕਿੱਲਸ ਨੇ ਜਿਹੜੀਆਂ ਕਿ ਆਪਣਾ ਕੰਮ ਸੌਖਾ ਕਰ ਸਕਦੀਆਂ ਨੇ। ਬਾਈ ਸਕਿੱਲਸ ਵੀ ਮੀਨ ਦਾ ਕੈਪੇਬਿਲਿਟੀ ਐਂਡ ਦਾ ਕੈਪੈਸਿਟੀ ਟੂ ਕਨਵਰਟ ਨੈਚੁਰਲ ਰਿਸੋਰਸਿਸ ਇਨਟੂ ਯੂਜ਼ਫੁਲ ਪ੍ਰੋਡਕਟਸ। ਸਕਿੱਲਸ ਦਾ ਮਤਲਬ ਇੱਥੇ ਕੀ ਹੈਗਾ ਕਿ ਆਪਣੀ ਕਾਬਲੀਅਤ ਕੀ ਹੈ ਅਤੇ ਆਪਣੀ ਕਿੰਨੀ ਕਪੈਸਿਟੀ ਹੈ, ਆਪਣੇ 'ਚ ਕਿੰਨਾ ਆਪਾਂ ਕਹਿ ਸਕਦੇ ਹਾਂ ਬਲ ਹੈ ਕਿ ਆਪਾਂ ਕਿਸੇ ਨੈਚੁਰਲ ਰਿਸੋਰਸ ਨੂੰ ਆਪਾਂ ਇੱਕ ਯੂਜ਼ਫੁਲ ਪ੍ਰੋਡਕਟ ਦੇ ਵਿੱਚ ਕਨਵਰਟ ਕਰ ਸਕੀਏ। ਦਾ ਕਪੈਸਿਟੀ ਆਫ ਦ ਪੀਪਲ ਡਿਪੈਂਡਸ ਅਪੋਨ ਦਾ ਫੋਲੋਇੰਗ ਫੈਕਟਰਸ। ਸੋ ਕਪੈਸਿਟੀ ਲੋਕਾਂ ਦੀ ਕਾਹਦੇ ਕਿਹੜੇ ਕਿਹੜੇ ਫੈਕਟਰਸ ਦੇ ਉੱਤੇ ਡਿਪੈਂਡ ਕਰਦੀ ਹੈ, ਉਹਨਾਂ ਬਾਰੇ ਆਪਾਂ ਪੜ੍ਹਦੇ ਹਾਂ। They must be literate and should possess technical and vocational and professional skills. ਉਹ ਪੜ੍ਹੇ ਲਿਖੇ ਹੋਣੇ ਚਾਹੀਦੇ ਨੇ, ਉਹਨਾਂ ਨੂੰ ਟੈਕਨੀਕਲ ਬੋਲਣ ਦਾ ਤਰੀਕਾ ਹੋਣਾ ਚਾਹੀਦਾ, ਟੈਕਨੀਕਲ ਨੌਲੇਜ ਹੋਣੀ ਚਾਹੀਦੀ ਹੈ ਅਤੇ ਪ੍ਰੋਫੈਸ਼ਨਲ ਸਕਿੱਲਸ ਉਹਨਾਂ ਕੋਲ ਹੋਣੇ ਚਾਹੀਦੇ ਨੇ, ਕੰਮ ਕਰਨ ਦੇ ਸਕਿੱਲਸ, ਉਹਨਾਂ ਨੂੰ ਕੰਮ ਕਰਨ ਦਾ ਤਰੀਕਾ, ਕੰਮ ਕਰਨ ਦਾ ਵੇ ਪਤਾ ਹੋਣਾ ਚਾਹੀਦਾ। ਦੇ ਮਸਟ ਬੀ ਪ੍ਰੋਵਾਈਡਡ ਵਿਦ ਪ੍ਰੋਪਰ ਟੂਲਸ ਐਂਡ ਮਸ਼ੀਨਸ। ਉਹਨਾਂ ਕੋਲ ਕੰਮ ਕਰਨ ਲਈ ਪ੍ਰੋਪਰ ਜਿਹੜੀਆਂ ਵੀ ਟੂਲਸ ਅਤੇ ਮਸ਼ੀਨਰੀ ਦੀ ਵਰਤੋਂ ਕੀਤੀ ਜਾਂਦੀ ਹੈ ਉਹ ਪ੍ਰੋਵਾਈਡ ਯਾਨੀ ਕਿ ਉਹਨਾਂ ਕੋਲ ਅਵੇਲੇਬਲ ਹੋਣੇ ਚਾਹੀਦੇ ਨੇ। ਦੇ ਮਸਟ ਵਰਕ ਹਾਰਡ ਐਂਡ ਅੰਡਰਸਟੈਂਡ ਦਾ ਡਿਗਨਿਟੀ ਆਫ ਲੇਬਰ। ਹੁਣ ਦੇਖੋ ਬੱਚੇ, ਜੇ ਕੋਈ ਕੰਮ ਕਰ ਰਿਹਾ, ਠੀਕ ਹੈ, ਉਹਨੂੰ ਪੂਰੀ ਮਿਹਨਤ ਨਾਲ ਪੂਰਾ ਹਾਰਡ ਵਰਕ ਕਰਨਾ ਚਾਹੀਦਾ, ਠੀਕ ਹੈ, ਪੂਰੀ ਲਗਨ ਦੇ ਨਾਲ, ਅਤੇ ਉਹਨੂੰ ਪਤਾ ਹੋਣਾ ਚਾਹੀਦਾ ਵੀ ਕਿਰਤ ਦੀ ਮਹੱਤਤਾ ਕੀ ਹੈ, ਕਿਰਤ ਦਾ ਮਤਲਬ ਕਿ ਵੈਲਿਊ ਕੀ ਹੈ ਲੇਬਰ ਦੀ, ਹੈ ਨਾ, ਕੰਮ ਕਰਕੇ ਖਾਣ ਦਾ ਮਤਲਬ ਕਿ ਉਹਨੂੰ ਵੈਲਿਊ ਪਤਾ ਹੋਣੀ ਚਾਹੀਦੀ ਹੈ। ਦੇ ਮਸਟ ਗੈਟ ਬੈਲੈਂਸਡ ਐਂਡ ਨਿਊਟਰੀਸ਼ੀਅਸ ਫੂਡ। ਹੁਣ ਕੋਈ ਵੀ ਪਰਸਨ ਹੈ ਫਿਰ ਹੀ ਵਧੀਆ ਕੰਮ ਕਰ ਸਕਦਾ ਜੇ ਉਹਨੂੰ ਪ੍ਰੋਪਰ ਖਾਣਾ ਮਿਲ ਰਿਹਾ, ਠੀਕ ਹੈ। ਇਹ ਨਹੀਂ ਹੈਗਾ ਵੀ ਸਿਰਫ ਢਿੱਡ ਭਰ ਰਿਹਾ, ਨਹੀਂ,
ਉਹਨੂੰ ਪ੍ਰੋਪਰ ਬੈਲੈਂਸਡ ਅਤੇ ਨਿਊਟਰੀਸ਼ੀਅਸ ਫੂਡ ਚਾਹੀਦਾ ਹੈ, ਜਿਹਦੀ ਵਜ੍ਹਾ ਕਰਕੇ ਉਹ ਪਰਸਨ ਹੈਲਦੀ ਰਹੂਗਾ ਅਤੇ ਹੈਲਦੀ ਪਰਸਨ ਵਧੀਆ ਕੰਮ ਕਰ ਸਕਦਾ। ਐਨੀ ਕੰਟਰੀ ਵਿਚ ਵਾਂਟਸ ਟੂ ਪ੍ਰੋਗਰੈਸ ਮਸਟ ਟੇਕ ਕੇਅਰ ਆਫ ਇਟਸ ਨੈਚੁਰਲ ਐਂਡ ਹਿਊਮਨ ਰਿਸੋਰਸਿਸ। ਐਨੀ ਅਟੈਂਪਟ ਟੂ ਡਿਵੈਲਪ ਵਨ ਐਟ ਦਾ ਕੋਸਟ ਆਫ ਦਾ ਅਦਰ ਵੁੱਡ ਅਚੀਵ ਨਥਿੰਗ। ਕੋਈ ਵੀ ਕੰਟਰੀ ਹੈ ਜਿਹੜੀ ਪ੍ਰੋਗਰੈਸ ਕਰਨਾ ਚਾਹੁੰਦੀ ਹੈ, ਉਹਨੂੰ ਆਪਣੇ ਹਿਊਮਨ ਬੀਇੰਗਸ ਦੀ, ਉਹਨੂੰ ਆਪਣੇ ਨੈਚੁਰਲ ਰਿਸੋਰਸ ਦੀ ਅਤੇ ਹਿਊਮਨ ਰਿਸੋਰਸਿਸ ਦੀ ਪ੍ਰੋਪਰ ਕੇਅਰ ਕਰਨੀ ਚਾਹੀਦੀ ਹੈ। ਕੋਈ ਵੀ ਅਟੈਂਪਟ ਜੇਕਰ ਆਪਾਂ ਇੱਕ ਚੀਜ਼ ਨੂੰ ਅਚੀਵ ਕਰ ਰਹੇ ਹਾਂ ਅਤੇ ਦੂਸਰੀ ਗਵਾ ਰਹੇ ਹਾਂ, ਫਿਰ ਉਹਦਾ ਕੋਈ ਮਹਾਨਤਾ ਨਹੀਂ ਹੈਗੀ, ਕੋਈ ਵੈਲਿਊ ਨਹੀਂ ਹੈਗੀ ਉਸ ਚੀਜ਼ ਦੀ। ਮਤਲਬ ਆਪਾਂ ਨੂੰ ਹਰ ਇੱਕ ਚੀਜ਼ ਦਾ ਖਾਸ ਖਿਆਲ ਰੱਖ ਕੇ ਉਸ ਤੋਂ ਬਾਅਦ ਹੀ ਆਪਾਂ ਡਿਵੈਲਪ ਕਰ ਸਕਦੇ ਹਾਂ। ਸਾਰੀਆਂ ਚੀਜ਼ਾਂ ਨੂੰ ਬਰਾਬਰ ਡਿਵੈਲਪ ਕਰਨਾ ਚਾਹੀਦਾ। ਹਿਊਮਨ ਰਿਸੋਰਸਿਸ ਇਨ ਡਿਵੈਲਪਿੰਗ ਕੰਟਰੀਜ਼ ਲਾਈਕ ਇੰਡੀਆ ਆਰ ਨੋਟ ਵੈਲ ਡਿਵੈਲਪਡ। ਹਿਊਮਨ ਰਿਸੋਰਸਿਸ ਆਪਣੇ ਇੰਡੀਆ ਦੇ ਵਿੱਚ ਇੰਨੇ ਜ਼ਿਆਦਾ ਪ੍ਰੋਪਰਲੀ ਜਿਹੜੇ ਨੇ ਵੈਲ ਡਿਵੈਲਪਡ ਨਹੀਂ ਹੈਗੇ। ਉਹਦਾ ਰੀਜ਼ਨ ਕੀ ਹੈ? ਲੈਕ ਆਫ, ਆਪਾਂ ਕਹਿ ਸਕਦੇ ਹਾਂ ਨਿਊਟਰੀਸ਼ੀਅਸ ਫੂਡ, ਠੀਕ ਹੈ। ਆਪਾਂ ਕਹਿ ਸਕਦੇ ਹਾਂ ਕੀ ਉਹਨੂੰ ਕਹਿੰਦੇ ਹੁੰਦੇ ਨੇ, ਐਜੂਕੇਸ਼ਨ ਫੈਸਿਲਿਟੀਜ਼ ਨਹੀਂ ਹੈਗੀਆਂ ਆਪਣੇ ਪ੍ਰੋਪਰ, ਜਿਹਦੇ ਨਾਲ ਪਰਸਨ ਜਿਹੜੇ ਨੇ ਵੈਲ ਲਿਟਰੇਟਡ ਹੋਣ, ਠੀਕ ਹੈ। ਸਕਿੱਲ ਜਿਹੜੇ ਮਤਲਬ ਕਿ ਸਕਿੱਲ ਡਿਵੈਲਪਿੰਗ ਜਿਹੜੇ ਕਲੱਬਸ ਨੇ ਉੱਦਾਂ ਦੀ ਉਹਨਾਂ ਦੀ ਘਾਟ ਹੈ, ਠੀਕ ਹੈ। ਉਹਨਾਂ ਦੀਆਂ ਪ੍ਰੋਪਰ ਸਕਿੱਲਸ ਨਹੀਂ ਡਿਵੈਲਪ ਹੈਗੀਆਂ, ਠੀਕ ਹੈ, ਜਾਂ ਉਹਨਾਂ ਨੂੰ ਪ੍ਰੋਪਰ ਹੈਲਥ ਫੈਸਿਲਿਟੀ ਨਹੀਂ ਮਿਲਦੀ, ਠੀਕ ਹੈ। ਕੁਛ ਇੱਦਾਂ ਦੇ ਸਾਰਾ ਕੁਛ ਆਪਾਂ ਜਿਹੜਾ ਇਹਨੂੰ ਕਨਕਲੂਡ ਕਰ ਲਈਏ ਤਾਂ ਹੀ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਹਿਊਮਨ ਰਿਸੋਰਸਿਸ ਨੇ ਉਹਨਾਂ ਦੀ ਕੰਡੀਸ਼ਨ ਕੋਈ ਜਾਂ ਉਹ ਇੰਨੇ ਜ਼ਿਆਦਾ ਡਿਵੈਲਪ ਨਹੀਂ ਹੈਗੇ, ਠੀਕ ਹੈ, ਜਿਹੜੇ ਕਿ ਪ੍ਰੋਗਰੈਸ ਦੇ ਵਿੱਚ ਹੈਲਪ ਕਰ ਸਕਣ। ਕਰਦੇ ਨੇ ਹੈਲਪ, ਬਟ ਉਹਨਾਂ ਦੀ ਕੰਡੀਸ਼ਨ ਇੰਨੀ ਵਧੀਆ ਨਹੀਂ ਹੈਗੀ। ਹਿਊਮਨ ਰਿਸੋਰਸਿਸ ਨੇ ਜਿਹੜੇ ਇੰਡੀਆ ਦੇ ਵਿੱਚ, ਯਾਨੀ ਕਿ ਹਿਊਮਨ ਬੀਇੰਗ ਦੀ ਇੰਨੀ ਕਦਰ ਨਹੀਂ ਹੈਗੀ। ਨੈਕਸਟ ਦੇਖੋ ਬੱਚੇ, ਡਿਸਟਰੀਬਿਊਸ਼ਨ ਆਫ ਪਾਪੂਲੇਸ਼ਨ। ਡਿਸਟਰੀਬਿਊਸ਼ਨ ਆਫ ਪਾਪੂਲੇਸ਼ਨ ਮਤਲਬ ਕਿਸੇ ਏਰੀਏ ਦੇ ਵਿੱਚ ਕਿੰਨੀ ਜ਼ਿਆਦਾ ਪਾਪੂਲੇਸ਼ਨ, ਕਿੱਥੇ ਕਿਹੜੀ ਪਾਪੂਲੇਸ਼ਨ ਹੈ, ਲਿਟਰੇਟਡ ਹੈ, ਵੈਲ ਸਕਿੱਲਡ ਹੈ ਜਾਂ ਅਨਸਕਿੱਲਡ ਪਾਪੂਲੇਸ਼ਨ ਹੈ, ਉਹ ਸਾਰੀ ਡਿਸਟਰੀਬਿਊਸ਼ਨ, ਠੀਕ ਹੈ, ਉਹਦੇ ਬਾਰੇ ਆਪਾਂ ਸਟੱਡੀ ਕਰਦੇ ਹਾਂ। population is not evenly distributed everywhere in the world. People mostly live in those areas which are accessible. ਪਾਪੂਲੇਸ਼ਨ ਸਾਰੇ ਕਿਤੇ ਇੱਕੋ ਜਿਹੀ ਡਿਸਟਰੀਬਿਊਟ ਨਹੀਂ ਕੀਤੀ ਹੋਈ, ਯਾਨੀ ਕਿ ਇਹ ਨਹੀਂ ਹੈਗਾ ਵੀ ਆਪਾਂ ਕਿਤੇ ਵੀ ਜਾਈਏ ਤਾਂ ਉਨੇ ਕੁ ਲੋਕ ਹੀ ਆਪਾਂ ਨੂੰ ਹਰ ਇੱਕ ਪਿੰਡ ਦੇ, ਹਰ ਇੱਕ ਸ਼ਹਿਰ ਦੇ ਵਿੱਚ ਮਿਲਣ। ਹਰ ਇੱਕ ਜਗ੍ਹਾ 'ਤੇ ਡਿਫਰੈਂਟ ਪਾਪੂਲੇਸ਼ਨ, ਹਰ ਇੱਕ ਸਿਟੀ ਦੀ, ਹਰ ਇੱਕ ਵਿਲੇਜ ਦੀ, ਹਰ ਇੱਕ ਟਾਊਨ ਦੀ। ਪੀਪਲ ਉੱਥੇ ਜ਼ਿਆਦਾ ਰਹਿਣਾ ਪਸੰਦ ਕਰਦੇ ਨੇ ਜਿਹੜੀਆਂ ਥਾਵਾਂ ਈਜ਼ੀਲੀ ਅਸੈਸੀਬਲ ਹੋਣ, ਪ੍ਰੋਡਕਟਿਵ ਹੋਣ ਅਤੇ ਰਿਚ ਹੋਣ ਨੈਚੁਰਲ ਰਿਸੋਰਸਿਸ ਦੇ ਨਾਲ। ਪ੍ਰੋਡਕਟਿਵ ਮਤਲਬ ਉੱਥੇ ਪ੍ਰੋਡਕਸ਼ਨ ਹੁੰਦੀ ਹੋਵੇ ਕਿਸੇ ਨਾ ਕਿਸੇ ਚੀਜ਼ ਦੀ, ਗਰੋਥ ਹੁੰਦੀ ਹੋਵੇ, ਠੀਕ ਹੈ। ਮਤਲਬ ਉੱਥੇ ਇੱਕ ਪਰਸਨ ਦੀ ਗਰੋਥ ਵੀ ਤਾਂ ਹੋਵੇ, ਉਹਦੇ ਪਰਸਨਲੀ ਮਤਲਬ ਕਿ ਕਿੰਨੀ ਗਰੋਥ ਕਰ ਰਿਹਾ ਕੋਈ ਪਰਸਨ, ਠੀਕ ਹੈ। ਉਹ ਪੈਸੇ ਨੂੰ ਲੈ ਕੇ ਕਹਿ ਸਕਦੇ ਹੋ, ਠੀਕ ਹੈ। ਉਹ ਹੈਲਥ, ਉੱਥੇ ਬਾਕੀ ਸਾਰੀਆਂ ਫੈਸਿਲਿਟੀਜ਼ ਕਿੱਦਾਂ ਦੀਆਂ ਨੇ, ਠੀਕ ਹੈ। ਉਹ ਸਾਰਾ ਕੁਛ ਮੈਟਰ ਕਰਦਾ ਹੈ ਕਿ ਉਸ ਜਗ੍ਹਾ 'ਤੇ ਕਿੰਨੀ ਪਾਪੂਲੇਸ਼ਨ ਹੈ। More than 90% of the world's total population live in about 10% of the total land surface. ਮਤਲਬ ਕਿ 90% ਤੋਂ ਜ਼ਿਆਦਾ ਵਰਲਡ ਦੀ ਪਾਪੂਲੇਸ਼ਨ ਸਿਰਫ 10% ਲੈਂਡ ਸਰਫੇਸ ਦੇ ਉੱਤੇ ਹੀ ਰਹਿੰਦੀ ਹੈ, ਕਿਉਂਕਿ ਉਸ ਜਗ੍ਹਾ ਜ਼ਿਆਦਾ ਪ੍ਰੋਡਕਟਿਵ ਹੋ ਸਕਦੀ ਹੈ, ਜ਼ਿਆਦਾ ਐਕਸੈਸੀਬਲ, ਉੱਥੇ ਜ਼ਿਆਦਾ ਨੈਚੁਰਲ ਰਿਸੋਰਸਿਸ ਜਿਹੜੇ ਨੇ ਐਗਜ਼ਿਸਟ ਕਰਦੇ ਹੋਣੇ, ਠੀਕ ਹੈ। ਇਹ ਰੀਜ਼ਨ ਹੋ ਸਕਦਾ ਮੇ ਬੀ। The number of people living in 1 square kilometer area of land is called density of population. ਹੁਣ ਦੇਖੋ, ਆਪਾਂ 1 ਸਕੁਏਅਰ ਕਿਲੋਮੀਟਰ ਏਰੀਆ ਕਿਸੇ ਲੈਂਡ ਦਾ ਲੈ ਲਈਏ, ਉਹਦੇ ਵਿੱਚ ਜਿੰਨੀ ਪਾਪੂਲੇਸ਼ਨ ਰਹਿੰਦੀ ਹੋਊਗੀ ਉਹ ਉਸ ਜਗ੍ਹਾ ਦਾ ਕੀ ਹੋਊਗਾ? ਡੈਂਸਿਟੀ ਆਫ ਪਾਪੂਲੇਸ਼ਨ। ਦਾ ਡੈਂਸਿਟੀ ਆਫ ਪਾਪੂਲੇਸ਼ਨ ਵੇਰੀਜ਼ ਫਰੋਮ ਵਨ ਏਰੀਆ ਟੂ ਅਦਰ। ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਜਾਵਾਂਗੇ ਤਾਂ ਜਿਹੜੀ ਪਾਪੂਲੇਸ਼ਨ ਡੈਂਸਿਟੀ ਆ ਉਹ ਵੇਰੀ ਕਰੂਗੀ। ਸਮ ਏਰੀਆਜ਼ ਹੈਵ ਮੋਰ ਦੈਨ 1000 ਪਰਸਨਸ ਲਿਵਿੰਗ ਔਨ 1 ਸਕੁਏਅਰ ਕਿਲੋਮੀਟਰ ਵੇਅਰ ਐਸ ਮੈਨੀ ਏਰੀਆਜ਼ ਆਰ ਅਨਇਨਹੈਬਿਟਡ। ਬਹੁਤ ਸਾਰੇ ਏਰੀਆਜ਼ ਇੱਦਾਂ ਦੇ ਨੇ ਜਿੱਥੋਂ ਦੀ ਪਾਪੂਲੇਸ਼ਨ ਡੈਂਸਿਟੀ ਹੈ ਜਿਹੜੀ ਉਹ 1000 ਲੋਕਾਂ ਤੋਂ ਵੀ ਜ਼ਿਆਦਾ ਹੈ, ਪਰ ਕੁਛ ਏਰੀਆਜ਼ ਇੱਦਾਂ ਦੇ ਨੇ ਜਿੱਥੇ ਕੋਈ ਰਹਿ ਵੀ ਨਹੀਂ ਰਿਹਾ, ਜਿੱਥੇ ਕੋਈ ਵੀ ਪਰਸਨ ਸਟੇ ਨਹੀਂ ਕਰ ਰਿਹਾ, ਠੀਕ ਹੈ। ਅਕੋਰਡਿੰਗ ਟੂ ਦਾ ਡੈਂਸਿਟੀ ਆਫ ਦਾ ਪਾਪੂਲੇਸ਼ਨ ਵੀ ਕੈਨ ਰਫਲੀ ਡਿਵਾਈਡ ਦਾ ਵਰਲਡ ਇਨਟੂ 3 ਰੀਜਨਸ: ਥਿਕਲੀ ਪਾਪੂਲੇਟਡ ਏਰੀਆਜ਼, ਮੋਡਰੇਟਲੀ ਪਾਪੂਲੇਟਡ ਏਰੀਆਜ਼, ਸਪਾਰਸਲੀ ਪਾਪੂਲੇਟਡ ਏਰੀਆਜ਼। ਜਿਹੜੀ ਆਪਣੀ ਕੀ ਇਹਨੂੰ ਕਹਿੰਦੇ ਨੇਗੇ ਡੈਂਸਿਟੀ ਹੈ, ਪਾਪੂਲੇਸ਼ਨ ਡੈਂਸਿਟੀ ਹੈ, ਠੀਕ ਹੈ, ਉਹਦੇ ਅਕੋਰਡਿੰਗ ਆਪਾਂ 3 ਰੀਜਨਸ ਦੇ ਵਿੱਚ ਡਿਵਾਈਡ ਕੀਤਾ ਹੋਇਆ ਵਰਲਡ ਨੂੰ, ਜਿਵੇਂ ਕਿ ਜਿਹੜਾ ਥਿਕਲੀ ਹੈ, ਮੋਡਰੇਟਲੀ ਅਤੇ ਸਪਾਰਸਲੀ ਪਾਪੂਲੇਟਡ ਏਰੀਆ। ਇਹ ਕੀ ਹੁੰਦੇ ਨੇ ਬੱਚੇ? ਥਿਕਲੀ ਕੀ ਹੁੰਦਾ, ਮੋਡਰੇਟਲੀ ਕੀ ਹੁੰਦਾ ਅਤੇ ਸਪਾਰਸਲੀ ਕੀ ਹੁੰਦਾ, ਇਹ ਆਪਾਂ ਪੜ੍ਹਾਂਗੇ ਨੈਕਸਟ ਵੀਡੀਓ ਦੇ ਵਿੱਚ।